ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਤੁਸੀਂ ਆਪਣੇ ਪਿਤਾ ਨੂੰ ਘਰੋਂ ਬਾਹਰ ਕੱਢ ਦਿਓ, ਕਿਉਂਕਿ ਜਦੋਂ ਤੁਸੀਂ ਘਰ ਨਹੀਂ ਹੁੰਦੇ ਤਾਂ ਤੁਹਾਡਾ ਪਿਤਾ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਮੈਂ ਆਪਣੀ ਪਤਨੀ ਆਰਜ਼ੂ ਦੀਆਂ ਗੱਲਾਂ 'ਤੇ ਵਿਸ਼ਵਾਸ ਕਰਨ ਦੀ ਬਜਾਏ ਮੈਂ ਖੁਦ ਸੱਚ ਦੇਖਣਾ ਚਾਹੁੰਦਾ ਸੀ, ਕਿਉਂਕਿ ਮੈਂ ਆਪਣੇ ਪਿਤਾ 'ਤੇ ਕਿਵੇਂ ਸ਼ੱਕ ਕਰ ਸਕਦਾ ਸੀ। ਅਤੇ ਮੇਰੀ ਪਤਨੀ ਜੋ ਮੇਰੇ ਪਿਤਾ 'ਤੇ ਦੋਸ਼ ਲਗਾ ਰਹੀ ਸੀ ਉਹ ਬਹੁਤ ਗੰਦੇ ਸੀ। ਸੱਚ ਜਾਣਨ ਲਈ ਮੈਂ ਸਾਰੇ ਘਰ ਵਿੱਚ ਕੈਮਰੇ ਲਗਾ ਦਿੱਤੇ ਸਨ ਅਤੇ ਉਸ ਸਮੇਂ ਮੈਂ ਇਕੱਲਾ ਬੈਠਾ ਉਸੇ ਕੈਮਰੇ ਦੀ ਰਿਕਾਰਡਿੰਗ ਦੇਖ ਰਿਹਾ ਸੀ। ਜਿਵੇਂ ਜਿਵੇਂ ਰਿਕਾਰਡਿੰਗ ਵੱਧ ਰਹੀ ਸੀ ਮੇਰੇ ਸਾਹ ਸੁੱਕ ਰਹੇ ਸਨ। ਜੋ ਮੈਂ ਕੈਮਰੇ 'ਚ ਸੀਨ ਦੇਖਿਆ ਉਹ ਦੇਖ ਮੇਰੇ ਹੋਸ਼ ਉੱਡ ਗਈ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਮੇਰੇ ਪਿਤਾ ਮੇਰੀ ਪਤਨੀ ਨਾਲ ਇੰਨਾ ਮਾੜਾ ਕਰ ਸਕਦੇ ਹਨ। ਮੈਂ ਪਸੀਨੋ ਪਸੀਨ ਹੋਇਆ ਬੈਠਾ ਸੀ। ਮੈਂ ਕੈਮਰੇ ਦੀ ਰਿਕਾਰਡਿੰਗ ਅੱਧ ਵਿਚਾਲੇ ਹੀ ਬੰਦ ਕਰ ਦਿੱਤੀ ਸੀ, ਕਿਉਂਕਿ ਮੇਰੇ ਵਿੱਚ ਦੇਖਣ ਦੀ ਹਿੰਮਤ ਨਹੀਂ ਸੀ। ਮੈਨੂੰ ਆਪਣੇ ਪਿਤਾ ਲਈ ਅਜਿਹਾ ਫੈਸਲਾ ਕਰਨਾ ਪਿਆ ਜੋ ਮੈਂ ਕਦੇ ਸੋਚਿਆ ਤੱਕ ਨਹੀਂ ਸੀ। ਮੇਰਾ ਨਾਮ ਰਿਹਾਨ ਹੈ। ਮੇਰੇ ਅਤੇ ਆਰਜ਼ੂ ਦੇ ਵਿਆਹ ਨੂੰ 8 ਮਹੀਨੇ ਬੀਤ ਚੁੱਕੇ ਸਨ, ਪਰ ਉਹਨਾਂ 8 ਮਹੀਨਿਆਂ ਵਿੱਚ ਮੇਰੀ ਜ਼ਿੰਦਗੀ ਵਿੱਚ ਬਹੁਤ ਕੁਝ ਬਦਲ ਗਿਆ ਸੀ। ਮੇਰੀ ਮਾਂ ਇਸ ਦੁਨੀਆ ਤੋਂ ਬਹੁਤ ਪਹਿਲਾਂ ਹੀ ਜਾ ਚੁੱਕੀ ਸੀ। ਮੇਰੇ ਪਿਤਾ ਨੇ ਮੈਨੂੰ ਪਾਲਿਆ ਪੋਸਿਆ ਸੀ। ਮੇਰੇ ਪਿਤਾ ਨੇ ਮੇਰੀ ਪੜ੍ਹਾਈ ਅਤੇ ਪਾਲਣ ਪੋਸ਼ਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ। ਉਹਨਾਂ ਨੇ ਮੈਨੂੰ ਮਾਂ ਅਤੇ ਪਿਤਾ ਦੋਵਾਂ ਦਾ ਪਿਆਰ ਦਿੱਤਾ। ਮੇਰੇ ਪਿਤਾ ਮੇਰੇ ਆਦਰਸ਼ ਸੀ। ਜਿਸ ਪਿਤਾ ਨੂੰ ਮੈਂ ਆਪਣਾ ਹੀਰੋ ਸਮਝਦਾ ਹਾਂ ਉਹੀ ਪਿਤਾ ਮੇਰਾ ਦੁਸ਼ਮਣ ਨਿਕਲੇਗਾ। ਮੈਂ ਸੋਚਿਆ ਨਹੀਂ ਸੀ ਅਤੇ ਮੈਨੂੰ ਇਹ ਗੱਲ ਉਦੋਂ ਸਮਝ ਆਈ ਜਦੋਂ ਮੇਰੀ ਪਤਨੀ ਆਰਜ਼ੂ ਮੇਰੀ ਜ਼ਿੰਦਗੀ ਵਿੱਚ ਆਈ। ਮੈਂ ਅਤੇ ਆਰਜ਼ੂ ਇੱਕ ਕਾਲਜ ਵਿੱਚ ਪੜ੍ਹਦੇ ਸੀ। ਅਸੀਂ ਦੋਵੇਂ 5 ਸਾਲ ਇੱਕ ਹੀ ਕਾਲਜ ਵਿੱਚ ਪੜ੍ਹੇ। ਇਹਨਾਂ 5 ਸਾਲਾਂ ਵਿੱਚ ਅਸੀਂ ਇੱਕ ਦੂਜੇ ਦੇ ਬਹੁਤ ਨੇੜੇ ਆ ਗਏ। ਮੈਂ ਫੈਸਲਾ ਕਰ ਲਿਆ ਸੀ ਕਿ ਨੌਕਰੀ ਲੱਗਦੇ ਹੀ ਮੈਂ ਆਰਜ਼ੂ ਨਾਲ ਵਿਆਹ ਕਰਵਾ ਲਵਾਂਗਾ ਅਤੇ ਇਸ ਬਾਰੇ ਮੈਂ ਆਪਣੇ ਪਿਤਾ ਨੂੰ ਵੀ ਦੱਸ ਦਿੱਤਾ ਸੀ। ਪਿਤਾ ਜੀ ਨੇ ਇਸ 'ਤੇ ਕੋਈ ਇਤਰਾਜ਼ ਨਹੀਂ ਦਿੱਤਾ ਅਤੇ ਇਸ ਗੱਲ ਤੋਂ ਬਹੁਤ ਮੈਂ ਵੀ ਖੁਸ਼ ਸੀ, ਕਿਉਂਕਿ ਮੇਰੇ ਪਿਤਾ ਨੇ ਹਰ ਮੋੜ 'ਤੇ ਮੇਰਾ ਸਾਥ ਦਿੱਤਾ। ਉਹਨਾਂ ਨੇ ਸਿਫਾਰਿਸ਼ 'ਤੇ ਮੈਨੂੰ ਕੰਪਨੀ ਵਿੱਚ ਨੌਕਰੀ ਦਿਵਾ ਦਿੱਤੀ। ਜਦੋਂ ਮੈਂ ਨੌਕਰੀ ਲੱਗ ਗਿਆ ਤਾਂ ਮੈਂ ਆਪਣੇ ਪਿਤਾ ਨੂੰ ਮੇਰਾ ਰਿਸ਼ਤਾ ਆਰਜ਼ੂ ਘਰ ਲੈ ਜਾਣ ਲਈ ਕਿਹਾ। ਮੇਰੀ ਗੱਲ ਸੁਣ ਕੇ ਮੇਰੇ ਪਿਤਾ ਨੇ ਕਿਹਾ, ਪਹਿਲਾਂ ਤੁਸੀਂ ਮੈਨੂੰ ਆਰਜ਼ੂ ਨਾਲ ਮਿਲਾਓ, ਉਸ ਨੂੰ ਆਪਣੇ ਘਰ ਬੁਲਾਓ। ਮੈਂ ਇੱਕ ਵਾਰ ਉਸ ਨਾਲ ਗੱਲਬਾਤ ਕਰਨਾ ਚਾਹੁੰਦਾ ਹਾਂ, ਉਹ ਤੇਰੇ ਲਾਇਕ ਹੈ ਜਾਂ ਨਹੀਂ, ਉਸ ਤੋਂ ਬਾਅਦ ਹੀ ਮੈਂ ਕੋਈ ਫੈਸਲਾ ਲਵਾਂਗਾ। ਮੈਂ ਆਪਣੇ ਪਿਤਾ ਦੀ ਇਸ ਗੱਲ ਤੋਂ ਹੈਰਾਨ ਸੀ ਕਿ ਜਦੋਂ ਮੈਂ ਆਰਜ਼ੂ ਨੂੰ ਪਸੰਦ ਕਰਦਾ ਹਾਂ ਤਾਂ ਉਹ ਕਿਉਂ ਮਿਲਣਾ ਚਾਹੁੰਦੇ ਹਨ। ਮੈਂ ਇਸ ਗੱਲ 'ਤੇ ਜ਼ਿਆਦਾ ਧਿਆਨ ਨਾ ਦਿੱਤਾ ਤੇ ਅਗਲੇ ਦਿਨ ਆਰਜ਼ੂ ਨੂੰ ਘਰ ਲੈ ਆਇਆ ਤੇ ਆਰਜ਼ੂ ਪਾਪਾ ਦੇ ਸਾਹਮਣੇ ਬੈਠ ਗਈ ਤੇ ਮੈਂ ਨਾਲ ਬੈਠ ਗਿਆ। ਸਾਡੇ ਘਰ ਨੌਕਰ ਨਹੀਂ ਸੀ ਤਾਂ ਮੇਰੇ ਪਿਤਾ ਨੇ ਮੈਨੂੰ ਆਰਜ਼ੂ ਲਈ ਚਾਹ ਲੈ ਕੇ ਆਉਣ ਲਈ ਕਿਹਾ। ਮੈਂ ਚਾਹ ਬਣਾਉਣ ਲਈ ਰਸੋਈ 'ਚ ਚਲਾ ਗਿਆ ਤੇ ਪਾਪਾ ਆਰਜ਼ੂ ਨਾਲ ਗੱਲ ਕਰਨ ਲੱਗ ਪਏ। ਮੈਂ ਚਾਹ ਲੈ ਕੇ ਗਿਆ ਤਾਂ ਆਰਜ਼ੂ ਦਾ ਮੂੰਹ ਦਾ ਰੰਗ ਬਦਲਿਆ ਹੋਇਆ ਸੀ ਤੇ ਉਹ ਚੁੱਪ ਕਰਕੇ ਮੂੰਹ ਥੱਲੇ ਕਰਕੇ ਬੈਠੀ ਸੀ। ਪਾਪਾ ਮੈਨੂੰ ਦੇਖ ਕੇ ਹੱਸ ਕੇ ਬੋਲੇ, ਮੈਨੂੰ ਆਰਜ਼ੂ ਤੇਰੇ ਲਈ ਪਸੰਦ ਹੈ। ਕੱਲ੍ਹ ਹੀ ਆਰਜ਼ੂ ਘਰ ਜਾ ਕੇ ਮੈਂ ਤੇਰੇ ਲਈ ਰਿਸ਼ਤਾ ਮੰਗ ਲਵਾਂਗਾ। ਪਾਪਾ ਦੀ ਇਹ ਗੱਲ ਸੁਣ ਕੇ ਮੇਰੀ ਖੁਸ਼ੀ ਦਾ ਟਿਕਾਣਾ ਨਾ ਰਿਹਾ, ਪਰ ਆਰਜ਼ੂ ਦੇ ਉਤਰੇ ਚਿਹਰੇ ਵੱਲ ਮੇਰਾ ਧਿਆਨ ਨਾ ਗਿਆ। ਕੁਝ ਦੇਰ ਬਾਅਦ ਜਦੋਂ ਆਰਜ਼ੂ ਨੂੰ ਮੈਂ ਉਸਦੇ ਘਰ ਛੱਡਣ ਗਿਆ ਤਾਂ ਆਰਜ਼ੂ ਨੇ ਗੱਲਾਂ 'ਚ ਕਿਹਾ, ਪਾਪਾ ਵੀ ਆਪਣੇ ਨਾਲ ਹੀ ਰਹਿਣਗੇ। ਉਸ ਦੀ ਇਹ ਗੱਲ ਮੈਨੂੰ ਅਜੀਬ ਲੱਗੀ। ਮੈਂ ਕਿਹਾ, ਇਹ ਕਿਸ ਤਰ੍ਹਾਂ ਦੀ ਗੱਲ ਕਰ ਰਹੇ ਹੋ? ਜੇ ਪਾਪਾ ਆਪਣੇ ਨਾਲ ਨਹੀਂ ਰਹਿਣਗੇ ਤਾਂ ਕਿੱਥੇ ਰਹਿਣਗੇ? ਮੇਰੇ ਪਿਤਾ ਨੇ ਹਰ ਮੋੜ 'ਤੇ ਮੇਰਾ ਸਾਥ ਦਿੱਤਾ ਹੈ ਤੇ ਪਾਲਣ ਪੋਸ਼ਣ 'ਚ ਕੋਈ ਕਮੀ ਨਹੀਂ ਰੱਖੀ ਤੇ ਉਹਨਾਂ ਦੂਜਾ ਵਿਆਹ ਇਸ ਲਈ ਨਹੀਂ ਕਰਾਇਆ ਕਿ ਮੇਰੀ ਸੌਤੇਲੀ ਮਾਂ ਮੈਨੂੰ ਕਦੇ ਪਿਆਰ ਨਹੀਂ ਦੇਵੇਗੀ। ਤਾਂ ਤੁਸੀਂ ਆਪ ਦੱਸੋ, ਮੈਂ ਆਪਣੇ ਪਿਤਾ ਨੂੰ ਕਿਵੇਂ ਛੱਡ ਸਕਦਾ ਹਾਂ? ਇਹ ਸੁਣ ਆਰਜ਼ੂ ਨੇ ਕੋਈ ਗੱਲ ਨਹੀਂ ਕੀਤੀ ਤੇ ਮੂੰਹ ਦੂਜੇ ਪਾਸੇ ਕਰ ਲਿਆ। ਜਦੋਂ ਉਸ ਦੇ ਘਰ ਕੋਲ ਛੱਡਣ ਲੱਗਿਆ ਤਾਂ ਮੈਂ ਪੁੱਛਿਆ, ਪਾਪਾ ਨਾਲ ਤੁਹਾਡੀ ਕੋਈ ਖਾਸ ਗੱਲ ਹੋਈ ਹੈ? ਤਾਂ ਆਰਜ਼ੂ ਨੇ ਨਾਚ ਸਿਰ ਹਿਲਾ ਦਿੱਤਾ ਤੇ ਘਰ ਅੰਦਰ ਚਲੀ ਗਈ। ਅਗਲੇ ਦਿਨ ਮੇਰੇ ਪਿਤਾ ਮੇਰੇ ਲਈ ਆਰਜ਼ੂ ਦਾ ਹੱਥ ਮੰਗਣ ਉਸ ਦੇ ਘਰ ਗਏ। ਉਸ ਦੇ ਘਰ ਵਾਲੇ ਵੀ ਰਿਸ਼ਤੇ ਲਈ ਮੰਨ ਗਏ। ਕੁਝ ਦਿਨਾਂ ਬਾਅਦ ਮੇਰਾ ਤੇ ਆਰਜ਼ੂ ਦਾ ਵਿਆਹ ਬੜੀ ਧੂਮਧਾਮ ਨਾਲ ਹੋਇਆ ਅਤੇ ਆਰਜ਼ੂ ਸਾਡੇ ਘਰ ਦੁਲਹਨ ਬਣ ਕੇ ਆ ਗਈ। ਉਸ ਦੇ ਆਉਣ ਨਾਲ ਸਾਡੇ ਘਰ ਦੀਆਂ ਰੌਣਕਾਂ ਵੱਧ ਗਈਆਂ। ਹੁਣ ਤੱਕ ਮੇਰੇ ਪਿਤਾ ਜੀ ਅਤੇ ਮੈਂ ਇਕੱਲੇ ਹੀ ਰਹਿੰਦੇ ਸੀ, ਪਰ ਆਰਜ਼ੂ ਦੇ ਆਉਣ ਤੋਂ ਬਾਅਦ ਸਭ ਕੁਝ ਬਦਲ ਗਿਆ। ਪਿਤਾ ਜੀ ਵੀ ਮੇਰੇ ਵਿਆਹ ਤੋਂ ਬਹੁਤ ਖੁਸ਼ ਸਨ ਅਤੇ ਮੇਰੇ ਪਿਤਾ ਬੋਲਦੇ ਸਨ ਕਿ ਹੁਣ ਮੇਰੀ ਇਕੱਲਤਾ ਵੀ ਦੂਰ ਹੋ ਗਈ ਹੈ, ਪਰ ਮੈਨੂੰ ਨਹੀਂ ਪਤਾ ਸੀ ਉਹ ਕਿਹੜੀ ਇਕੱਲਤਾ ਦੀ ਗੱਲ ਕਰਦੇ ਸੀ। ਮੇਰੇ ਪਿਤਾ ਜੀ ਰਿਟਾਇਰਡ ਸਨ ਤੇ ਹਰ ਟਾਈਮ ਘਰ ਹੀ ਰਹਿੰਦੇ ਸਨ। ਕਦੇ ਉਹਨਾਂ ਦਾ ਦੋਸਤ ਮਿਲਣ ਆਉਂਦਾ ਤੇ ਉਸ ਨਾਲ ਸ਼ਤਰੰਜ ਖੇਡਦੇ ਸਨ। ਜਦੋਂ ਮੇਰਾ ਨਵਾਂ ਵਿਆਹ ਹੋਇਆ ਮੈਂ ਬਹੁਤ ਖੁਸ਼ ਸੀ
ਤੇ ਮੈਂ ਨੌਕਰੀ ਤੋਂ ਛੁੱਟੀਆਂ ਲੈ ਰੱਖੀਆਂ ਸਨ ਤੇ ਹਰ ਟਾਈਮ ਆਰਜ਼ੂ ਨਾਲ ਹੀ ਰਹਿੰਦਾ ਸੀ। ਮੈਂ ਪਿਤਾ ਨੇ ਸਾਡੇ ਹਨੀਮੂਨ ਦੇ ਲਈ ਦੁਬਈ ਦੀਆਂ ਟਿਕਟਾਂ ਬੁੱਕ ਕਰਵਾ ਦਿੱਤੀਆਂ। ਇਸ ਲਈ ਅਸੀਂ ਹਨੀਮੂਨ ਨਹੀਂ ਗਏ ਕਿਉਂਕਿ ਮੈਂ ਆਪਣੇ ਪਿਤਾ ਨੂੰ ਇਕੱਲਾ ਨਹੀਂ ਛੱਡਣਾ ਚਾਹੁੰਦਾ ਸੀ, ਕਿਉਂਕਿ ਉਹ ਬਿਮਾਰ ਰਹਿੰਦੇ ਸਨ, ਉਹਨਾਂ ਦੀ ਦਵਾਈ ਚੱਲਦੀ ਸੀ। ਤਾਂ ਅਸੀਂ ਦੁਬਈ ਨਹੀਂ ਗਏ। ਇਸ ਗੱਲ ਨਾਲ ਆਰਜ਼ੂ ਨੂੰ ਵੀ ਕੋਈ ਇਤਰਾਜ਼ ਨਹੀਂ ਸੀ। ਮੈਂ 15 ਦਿਨਾਂ ਦੀਆਂ ਛੁੱਟੀਆਂ ਲਈਆਂ ਸੀ ਤੇ ਛੁੱਟੀਆਂ ਖਤਮ ਹੋਣ ਤੇ ਮੇਰੀ ਨੌਕਰੀ ਸ਼ੁਰੂ ਹੋ ਗਈ ਤੇ ਆਰਜ਼ੂ ਘਰ ਸੰਭਾਲਦੀ। ਆਰਜ਼ੂ ਇੱਕ ਚੰਗੀ ਪਤਨੀ ਸਾਬਿਤ ਹੋਈ। ਉਸ ਦੇ ਆਉਣ ਨਾਲ ਮੇਰੀ ਜ਼ਿੰਦਗੀ ਦੀ ਹਰ ਕਮੀ ਪੂਰੀ ਹੋ ਗਈ। ਪਾਪਾ ਵੀ ਉਸ ਦੀ ਬਹੁਤ ਤਾਰੀਫ ਕਰਦੇ ਸੀ। ਹਾਲੇ ਵਿਆਹ ਨੂੰ 3 ਵੀ ਮਹੀਨੇ ਨਹੀਂ ਹੋਏ ਸੀ। ਆਰਜ਼ੂ ਦੇ ਸੁਭਾਅ 'ਚ ਬਹੁਤ ਬਦਲਾਅ ਆ ਗਿਆ ਸੀ। ਆਰਜ਼ੂ ਮੇਰੇ ਨਾਲ ਬਹੁਤ ਘੱਟ ਗੱਲ ਕਰਦੀ। ਉਹ ਚੁੱਪ-ਚਾਪ ਤੇ ਗੁੰਮ ਰਹਿੰਦੀ ਸੀ। ਜੇ ਉਸ ਤੋਂ ਕੁਝ ਪੁੱਛਦਾ ਤਾਂ ਗੁੱਸੇ ਨਾਲ ਜਵਾਬ ਦਿੰਦੀ। ਉਸ ਦਾ ਸੁਭਾਅ ਬਿਲਕੁਲ ਬਦਲ ਗਿਆ ਸੀ। ਵਿਆਹ ਤੋਂ ਪਹਿਲਾਂ ਉਹ ਬਹੁਤ ਫੈਸ਼ਨੇਬਲ ਸੀ, ਪਰ ਇੱਥੇ ਆ ਕੇ ਉਹ ਸੁਧਾਰਨ ਕੱਪੜਿਆਂ 'ਚ ਹੀ ਰਹਿੰਦੀ ਸੀ। ਉਹ ਇੱਕ ਵਧੀਆ ਪਤਨੀ ਤੇ ਵਧੀਆ ਨੂੰਹ ਬਣ ਆਪਣਾ ਫਰਜ਼ ਨਿਭਾ ਰਹੀ ਸੀ, ਪਰ ਮੈਂ ਹਮੇਸ਼ਾ ਉਸ ਨੂੰ ਮੇਰੇ ਪਿਤਾ ਦੇ ਅੱਗੇ ਡਰਦੇ ਹੀ ਦੇਖਿਆ। ਜੇ ਪਾਪਾ ਦੇ ਅੱਗੇ ਹਮੇਸ਼ਾ ਚੁੰਨੀ ਹੀ ਸਹੀ ਕਰਦੀ ਰਹਿੰਦੀ। ਕਈ ਵਾਰ ਤਾਂ ਉਹ ਪਾਪਾ ਦੇ ਸਾਹਮਣੇ ਆਉਣਾ ਪਸੰਦ ਨਹੀਂ ਕਰਦੀ ਸੀ। ਮੈਨੂੰ ਇੰਝ ਲੱਗਦਾ ਸੀ ਜਿਵੇਂ ਉਸ ਨੂੰ ਪਾਪਾ ਤੋਂ ਕੋਈ ਪਰੇਸ਼ਾਨੀ ਹੈ, ਪਰ ਉਸ ਨੂੰ ਮੈਨੂੰ ਕਦੇ ਕੋਈ ਗੱਲ ਨਹੀਂ ਕੀਤੀ ਤੇ ਪਾਪਾ ਨੇ ਵੀ ਆਰਜ਼ੂ ਦੀ ਮੇਰੇ ਅੱਗੇ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ ਸੀ। ਮੇਰੇ ਪਿਤਾ ਹਰ ਸਮੇਂ ਆਰਜ਼ੂ ਦੀ ਤਾਰੀਫ ਕਰਦੇ ਰਹਿੰਦੇ, ਪਰ ਕੁਝ ਤਾਂ ਗਲਤ ਹੋ ਰਿਹਾ ਸੀ ਜੋ ਮੈਨੂੰ ਦਿਖ ਨਹੀਂ ਰਿਹਾ ਸੀ। ਜਦੋਂ ਵੀ ਮੈਂ ਆਰਜ਼ੂ ਨੂੰ ਇਸ ਬਾਰੇ ਗੱਲ ਪੁੱਛਦਾ ਤਾਂ ਉਹ ਗੱਲ ਬਦਲ ਦਿੰਦੀ। ਉਹ ਮੇਰੇ ਤੋਂ ਵੀ ਦੂਰ ਰਹਿਣ ਲੱਗ ਗਈ, ਪਰ ਮੈਂ ਸਮਝ ਗਿਆ ਸੀ ਕਿ ਕੋਈ ਗੱਲ ਤਾਂ ਜ਼ਰੂਰ ਹੈ। ਜਿਸ ਦਿਨ ਪਾਪਾ ਦੇ ਦੋਸਤ ਪਾਪਾ ਨਾਲ ਸ਼ਤਰੰਜ ਖੇਡਣ ਆਉਂਦੇ ਸਨ, ਉਸ ਦਿਨ ਆਰਜ਼ੂ ਦਾ ਚਿਹਰਾ ਉਤਰਿਆ ਹੁੰਦਾ ਸੀ ਤੇ ਮੇਰੇ ਨਾਲ ਵੀ ਸਹੀ ਗੱਲ ਨਹੀਂ ਕਰਦੀ। ਇੱਕ ਦਿਨ ਮੈਂ ਉਸ ਨੂੰ ਕੋਲ ਬਿਠਾਇਆ ਤੇ ਕਿਹਾ, ਅਜਿਹੀ ਕਿਹੜੀ ਗੱਲ ਹੈ ਜਿਸ ਨਾਲ ਤੇਰਾ ਹਰ ਸਮੇਂ ਮੂੰਹ ਉਤਰਿਆ ਹੁੰਦਾ ਹੈ? ਮੈਂ ਤੇਰਾ ਪਤੀ ਹਾਂ, ਤੂੰ ਕੋਈ ਵੀ ਗੱਲ ਮੈਨੂੰ ਦੱਸ ਸਕਦੀ ਹੈ ਬਿਨਾਂ ਡਰ ਤੋਂ। ਮੇਰੀ ਗੱਲ ਸੁਣ ਆਰਜ਼ੂ ਰੋਣ ਲੱਗ ਗਈ। ਮੈਂ ਕਦੇ ਆਰਜ਼ੂ ਨੂੰ ਰੋਂਦੇ ਨਹੀਂ ਦੇਖਿਆ ਸੀ। ਮੈਂ ਉਸ ਨੂੰ ਕਿਹਾ, ਜੋ ਵੀ ਗੱਲ ਹੈ ਜਲਦੀ ਦੱਸੋ। ਤਾਂ ਉਸਨੇ ਕਿਹਾ, ਤੁਸੀਂ ਮੇਰੇ ਲਈ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ। ਜਿਵੇਂ ਚੱਲ ਰਿਹਾ ਹੈ ਸਹੀ ਹੈ। ਇਹ ਗੱਲ ਸੁਣ ਕੇ ਮੈਂ ਵੀ ਪਰੇਸ਼ਾਨ ਹੋ ਗਿਆ। ਅਜਿਹੀ ਕਿਹੜੀ ਗੱਲ ਹੈ ਜਿਸ ਕਾਰਨ ਸਾਡਾ ਰਿਸ਼ਤਾ ਖਰਾਬ ਹੋ ਰਿਹਾ ਹੈ? ਮੈਂ ਉਸ ਦੇ ਹੱਥ ਆਪਣੇ ਸਿਰ ਤੇ ਰੱਖਿਆ ਤੇ ਕਿਹਾ, ਤੈਨੂੰ ਮੇਰੀ ਕਸਮ ਹੈ, ਸੱਚ-ਸੱਚ ਦੱਸੋ, ਅਖੀਰ ਤੂੰ ਇੰਨਾ ਪਰੇਸ਼ਾਨ ਕਿਉਂ ਰਹਿੰਦੀ ਹੈ? ਉਸ ਦਾ ਰੋਣਾ ਤੇਜ਼ ਹੋ ਗਿਆ। ਉਹ ਜ਼ੋਰ-ਜ਼ੋਰ ਦੀ ਰੋਣ ਲੱਗੀ ਤੇ ਰੋਂਦੇ-ਰੋਂਦੇ ਉਸਨੇ ਦੱਸਿਆ ਕਿ ਮੇਰੇ ਹੋਸ਼ ਉੱਡ ਗਏ। ਮੈਨੂੰ ਲੱਗਿਆ ਸ਼ਾਇਦ ਮੈਂ ਕੁਝ ਗਲਤ ਸੁਣ ਲਿਆ ਹੈ। ਤਾਂ ਮੈਂ ਫਿਰ ਉਸ ਨੂੰ ਕਿਹਾ, ਤੁਹਾਨੂੰ ਪਤਾ ਹੈ ਤੁਸੀਂ ਕੀ ਬੋਲ ਰਹੇ ਹੋ? ਪਰ ਫਿਰ ਵੀ ਉਸਨੇ ਉਹੀ ਗੱਲ ਕਹੀ। ਇਹ ਗੱਲ ਸੁਣ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੈਂ ਗੁੱਸੇ 'ਚ ਕਿਹਾ, ਆਰਜ਼ੂ ਤੂੰ ਹੋਸ਼ ਤਾਂ ਹੈ, ਕੀ ਬੋਲ ਰਹੀ ਹੈ? ਆਰਜ਼ੂ ਨੇ ਕਿਹਾ, ਜੋ ਕੁਝ ਮੈਂ ਕਹਿ ਰਹੀ ਹਾਂ, ਤੁਹਾਡੇ ਪਿਤਾ ਮੇਰੇ ਨਾਲ ਕਰ ਚੁੱਕੇ ਹਨ ਤੇ ਤੁਸੀਂ ਮੈਨੂੰ ਹੀ ਗੁੱਸੇ ਹੋ ਰਹੇ ਹੋ। ਤੁਹਾਨੂੰ ਨਹੀਂ ਪਤਾ ਮੈਂ ਘਰ ਵਿੱਚ ਕੀ ਬਰਦਾਸ਼ਤ ਕਰ ਰਹੀ ਹਾਂ, ਬਸ ਇਸ ਲਈ ਖਾਮੋਸ਼ੀ ਕਿ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਤੁਹਾਨੂੰ ਮੇਰੇ ਉੱਪਰ ਵਿਸ਼ਵਾਸ ਨਹੀਂ ਹੋਵੇਗਾ। ਪਰ ਜਦੋਂ ਤੁਸੀਂ ਮੈਨੂੰ ਆਪਣੀ ਕਸਮ ਦਿੱਤੀ ਸੀ ਕਿ ਸਭ ਸੱਚ-ਸੱਚ ਦੱਸ, ਇਸ ਲਈ ਮਜਬੂਰ ਹੋ ਕੇ ਮੈਨੂੰ ਸਭ ਦੱਸਣਾ ਪਿਆ। ਇਹ ਸਭ ਕਹਿੰਦੇ ਹੋਏ ਆਰਜ਼ੂ ਦੀਆਂ ਅੱਖਾਂ 'ਚੋਂ ਹੰਝੂ ਵਹਿੰਦੇ ਜਾ ਰਹੇ ਸੀ। ਇਹ ਸਭ ਸੁਣ ਮੇਰੀ ਜ਼ਿੰਦਗੀ 'ਚ ਭੁਚਾਲ ਆ ਗਿਆ। ਮੈਂ ਵੀ ਸੋਚ ਨਹੀਂ ਸਕਦਾ ਸੀ ਕਿ ਮੇਰੀ ਪਤਨੀ ਮੇਰੇ ਪਿਤਾ ਤੇ ਇਸ ਤਰ੍ਹਾਂ ਦੇ ਇਲਜ਼ਾਮ ਲਾਵੇਗੀ। ਆਰਜ਼ੂ ਕਹਿ ਰਹੀ ਸੀ, ਮੇਰੇ ਪਿਤਾ ਤੁਹਾਡੀ ਗੈਰ ਮੌਜੂਦਗੀ 'ਚ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਹੀ ਨਹੀਂ, ਆਪਣੇ ਦੋਸਤਾਂ ਦੇ ਸਾਹਮਣੇ ਮੈਨੂੰ ਆਪਣੀ ਹਵਸ ਦਾ ਨਿਸ਼ਾਨਾ ਬਣਾਉਂਦੇ ਹਨ। ਮੈਂ ਆਰਜ਼ੂ ਨੂੰ ਹੌਲੀ ਆਵਾਜ਼ 'ਚ ਕਿਹਾ, ਇਹ ਨਹੀਂ ਹੋ ਸਕਦਾ। ਮੇਰੇ ਪਿਤਾ ਨੇ ਮਾਂ ਦੇ ਮਰਨ ਤੋਂ ਬਾਅਦ ਦੂਜਾ ਵਿਆਹ ਨਹੀਂ ਕੀਤਾ। ਜ਼ਿੰਦਗੀ ਸਾਰੇ ਮੇਰੇ ਪਾਲਣ ਪੋਸ਼ਣ 'ਚ ਲੁਟਾ ਦਿੱਤੀ, ਤਾਂ ਉਹ ਤੁਹਾਡੇ ਨਾਲ ਗਲਤ ਨਜ਼ਰ ਕਿਵੇਂ ਰੱਖ ਸਕਦੇ ਨੇ? ਆਰਜ਼ੂ ਨੇ ਕਿਹਾ, ਇਹੀ ਤਾਂ ਗੱਲ ਹੈ। ਤੁਹਾਡੇ ਪਿਤਾ ਨੇ ਸਾਰੀ ਜ਼ਿੰਦਗੀ ਇਕੱਲੇਪਨ 'ਚ ਕੱਟੀ ਹੈ ਤੇ ਜਦੋਂ ਇਸ ਘਰ 'ਚ ਕੋਈ ਔਰਤ ਦਿਖੀ ਤਾਂ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕੇ। ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਤਾਂ ਉਹ ਮੇਰੇ ਨਾਲ ਜ਼ੋਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਮੈਂ ਹੁਣ ਇਸ ਤਰ੍ਹਾਂ ਦੀ ਜ਼ਿੰਦਗੀ ਨਹੀਂ ਜੀ ਸਕਦੀ, ਕਿਉਂਕਿ ਹੁਣ ਤੱਕ ਮੈਂ ਕਿਸੇ ਤਰ੍ਹਾਂ ਆਪਣੀ ਇੱਜ਼ਤ ਨੂੰ ਬਚਾ ਲਿਆ, ਪਰ ਅੱਗੇ ਕੀ ਹੋਵੇਗਾ ਮੈਨੂੰ ਨਹੀਂ ਪਤਾ। ਆਰਜ਼ੂ ਦੀਆਂ ਗੱਲਾਂ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਆਰਜ਼ੂ ਦੀ ਗੱਲ ਸੁਣ ਮੈਂ ਆਪਣੇ ਬਜ਼ੁਰਗ ਪਿਤਾ ਦੇ ਸ਼ੱਕ ਨਹੀਂ ਕਰ ਸਕਦਾ ਸੀ। ਇਸ ਲਈ ਮੈਂ ਆਪਣੀਆਂ ਅੱਖਾਂ ਨਾਲ ਸੱਚ ਜਾਣਨ ਦਾ ਫੈਸਲਾ ਕੀਤਾ ਤੇ ਅਗਲੇ 1 ਹਫ਼ਤੇ ਦੇ ਅੰਦਰ ਮੈਨੂੰ ਆਪਣੇ ਘਰ ਕੈਮਰੇ ਲਗਾਉਣ ਦਾ ਮੌਕਾ ਮਿਲ ਗਿਆ। ਮੇਰੇ ਪਿਤਾ ਆਪਣੇ ਦੋਸਤ ਘਰ ਗਏ ਸੀ ਤੇ ਆਰਜ਼ੂ ਆਪਣੇ ਪੇਕੇ ਘਰ ਮਿਲਣ ਚਲੀ ਗਈ। ਮੈਂ ਇਸ ਮੌਕੇ ਦਾ ਫਾਇਦਾ ਚੁੱਕਦੇ ਸਾਰੀ ਜਗ੍ਹਾ ਕੈਮਰੇ ਲਗਵਾ ਦਿੱਤੇ। ਮੈਨੂੰ ਨਹੀਂ ਪਤਾ ਸੀ ਜੋ ਸੱਚ ਮੈਂ ਕੈਮਰੇ 'ਚ ਦੇਖਾਂਗਾ ਉਹ ਮੇਰੀ ਜ਼ਿੰਦਗੀ ਬਦਲ ਦੇਵੇਗਾ। ਜਦੋਂ ਮੈਂ ਕੈਮਰੇ ਲੱਗਣ ਤੋਂ ਅਗਲੇ ਦਿਨ ਮੈਂ ਰਿਕਾਰਡਿੰਗ ਦੇਖੀ ਤਾਂ ਮੇਰੇ ਹੋਸ਼ ਉੱਡ ਗਈ।
ਮੈਂ ਵਿਚਾਲੇ ਹੀ ਰਿਕਾਰਡਿੰਗ ਬੰਦ ਕਰ ਦਿੱਤੀ ਕਿਉਂਕਿ ਮੈਂ ਆਪਣੇ ਆਫਿਸ 'ਚ ਬੈਠ ਵੀਡੀਓ ਦੇਖੀ ਤਾਂ ਮੈਂ ਟੁੱਟ ਗਿਆ ਤੇ ਛੁੱਟੀ ਲੈ ਘਰ ਲਈ ਨਿਕਲ ਗਿਆ। ਗੱਡੀ ਚਲਾਉਂਦੇ ਸਮੇਂ ਮੇਰੇ ਦਿਮਾਗ 'ਚ ਬਹੁਤ ਕੁਝ ਆ ਰਿਹਾ ਸੀ। ਮੇਰੀ ਮਾਂ ਦੇ ਮਰਨ ਤੋਂ ਲੈ ਕੇ ਮੇਰੇ ਵਿਆਹ ਤੱਕ ਹਰ ਯਾਦ ਮੇਰੀਆਂ ਅੱਖਾਂ ਸਾਹਮਣੇ ਲੰਘ ਰਹੀ ਸੀ। ਮੇਰੇ ਪਿਤਾ ਨੇ ਮੈਨੂੰ ਬਹੁਤ ਲਾਡ ਨਾਲ ਪਾਲਿਆ ਸੀ ਤੇ ਮੇਰੀ ਹਰ ਛੋਟੀ ਵੱਡੀ ਖੁਆਇਸ਼ ਪੂਰੀ ਕੀਤੀ ਸੀ। ਮੈਨੂੰ ਲੱਗਦਾ ਸੀ ਮੇਰੀ ਖੁਸ਼ੀ ਦਾ ਖਾਤਰ ਮੇਰੇ ਪਿਤਾ ਆਪਣੀ ਜਾਨ ਵੀ ਦੇ ਸਕਦੇ ਹਨ, ਪਰ ਉਹ ਤਾਂ ਘਰ ਦੀ ਇੱਜ਼ਤ ਲੁੱਟਣ ਨੂੰ ਤੁਲ ਗਏ ਸੀ। ਕੈਮਰੇ 'ਚ ਜੋ ਦੇਖਿਆ ਉਸ 'ਚ ਪਾਪਾ ਆਪਣੇ ਦੋਸਤਾਂ ਨਾਲ ਸ਼ਤਰੰਜ ਖੇਡ ਰਹੇ ਸੀ ਤੇ ਸ਼ਾਇਦ ਉਹਨਾਂ ਨੇ ਆਰਜ਼ੂ ਨੂੰ ਆਵਾਜ਼ ਮਾਰ ਬੁਲਾਇਆ ਸੀ ਕਿਉਂਕਿ ਵੀਡੀਓ 'ਚ ਆਵਾਜ਼ ਤਾਂ ਨਹੀਂ ਆ ਰਹੀ ਸੀ, ਲੇਕਿਨ ਮੈਨੂੰ ਲੱਗ ਰਿਹਾ ਸੀ ਕਿ ਪਾਪਾ ਨੇ ਆਰਜ਼ੂ ਨੂੰ ਬੁਲਾਇਆ। ਤੇ ਜਦੋਂ ਆਰਜ਼ੂ ਨੇ ਪਾਪਾ ਨੂੰ ਅੱਗੋਂ ਕੁਝ ਕਿਹਾ ਤਾਂ ਉਹ ਆਰਜ਼ੂ ਦਾ ਗੁੱਟ ਪਕੜ ਕਮਰੇ 'ਚ ਲੈ ਗਏ ਤੇ ਬੈੱਡ ਤੇ ਧੱਕਾ ਦਿੱਤਾ। ਆਰਜ਼ੂ ਬੈੱਡ ਤੇ ਡਿੱਗ ਗਈ ਤੇ ਪਾਪਾ ਨੇ ਦਰਵਾਜ਼ਾ ਲੌਕ ਕਰ ਦਿੱਤਾ। ਜਿਵੇਂ ਹੀ ਆਰਜ਼ੂ ਵੱਲ ਵਧੇ ਮੈਂ ਵੀਡੀਓ ਬੰਦ ਕਰ ਦਿੱਤੀ ਕਿਉਂਕਿ ਅੱਗੇ ਵੀਡੀਓ ਦੇਖਣ ਲਈ ਮੇਰੇ 'ਚ ਹਿੰਮਤ ਨਹੀਂ ਸੀ। ਮੈਨੂੰ ਹੁਣ ਆਰਜ਼ੂ ਦੀਆਂ ਗੱਲਾਂ 'ਤੇ ਵਿਸ਼ਵਾਸ ਹੋਣ ਲੱਗ ਗਿਆ ਸੀ ਕਿ ਮੇਰੇ ਪਿੱਛੋਂ ਮੇਰੇ ਪਿਤਾ ਮੇਰੀ ਪਤਨੀ ਨਾਲ ਗਲਤ ਕਰਦੇ ਹਨ। ਪਾਪਾ ਨੇ ਆਪਣੇ ਦੋਸਤਾਂ ਦੇ ਸਾਹਮਣੇ ਜਿਸ ਤਰ੍ਹਾਂ ਆਰਜ਼ੂ ਨੂੰ ਖਿੱਚਿਆ ਉਹ ਸੋਚ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ। ਜਿਵੇਂ ਹੀ ਮੈਂ ਘਰ ਪਹੁੰਚਿਆ ਪਾਪਾ ਸੈਰ ਕਰ ਰਹੀ ਸੀ ਤੇ ਸਭ ਦੋਸਤ ਚਲੇ ਗਏ ਸੀ। ਮੈਨੂੰ ਦੇਖਦੇ ਹੀ ਮੇਰੇ ਪਿਤਾ ਕੁਝ ਕਹਿਣ ਲਈ ਮੇਰੇ ਵੱਲ ਵਧੇ। ਮੈਂ ਉਹਨਾਂ ਨੂੰ ਧੱਕਾ ਦੇ ਦਿੱਤਾ ਤੇ ਆਪਣੇ ਕੋਲੋਂ ਦੂਰ ਕਰ ਦਿੱਤਾ। ਆਰਜ਼ੂ ਮੇਰੇ ਗਲ ਲੱਗ ਕੇ ਰੋਣ ਲੱਗੀ। ਮੈਂ ਨਫ਼ਰਤ ਨਾਲ ਆਪਣੇ ਪਿਤਾ ਵੱਲ ਦੇਖਿਆ ਤੇ ਗੁੱਸੇ 'ਚ ਕਿਹਾ, ਅਸੀਂ ਹੁਣ ਤੁਹਾਡੇ ਨਾਲ ਇੱਕ ਪਲ ਵੀ ਨਹੀਂ ਰਹਿਣਾ। ਤੁਹਾਡੀ ਹਿੰਮਤ ਕਿਵੇਂ ਹੋਈ ਮੇਰੀ ਪਤਨੀ ਨਾਲ ਇਹ ਸਭ ਕਰਨ ਦੀ? ਤੁਸੀਂ ਜਿਸ ਤਰ੍ਹਾਂ ਮੇਰੇ ਪਿਤਾ ਹੋ ਇਸੇ ਤਰ੍ਹਾਂ ਆਰਜ਼ੂ ਦੇ ਵੀ ਪਿਤਾ ਹੋ, ਪਰ ਤੁਸੀਂ ਉਸ ਨੂੰ ਕਦੇ ਆਪਣੀ ਬੇਟੀ ਸਮਝਿਆ ਹੀ ਨਹੀਂ, ਬਸ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਜੇਕਰ ਤੁਹਾਡੇ ਜਜ਼ਬਾਤ ਕਾਬੂ ਨਹੀਂ ਹੋ ਰਹੇ ਸੀ ਤੁਸੀਂ ਦੂਸਰਾ ਵਿਆਹ ਕਿਉਂ ਨਹੀਂ ਕਰਵਾ ਲੈਂਦੇ? ਉਹ ਕਹਿਣ ਲੱਗੇ, ਇਹ ਕੀ ਕਹਿ ਰਿਹਾ ਹੈ? ਇੱਕ ਵਾਰ ਮੇਰੀ ਗੱਲ ਸੁਣ ਲਓ, ਮੈਂ ਅਜਿਹਾ ਕੁਝ ਨਹੀਂ ਕੀਤਾ। ਮੈਂ ਆਰਜ਼ੂ ਨੂੰ ਆਪਣੀ ਧੀ ਮੰਨਦਾ ਹਾਂ, ਪਰ ਉਹ ਮੈਨੂੰ ਆਪਣਾ ਪਿਤਾ ਮੰਨਣ ਲਈ ਤਿਆਰ ਨਹੀਂ ਹੈ। ਮੈਂ ਪਿਤਾ ਨੂੰ ਕਿਹਾ, ਜੋ ਲੜਕੀ ਤੁਹਾਡਾ ਦਿਨ ਰਾਤ ਸੇਵਾ ਕਰ ਸਕਦੀ ਹੈ, ਤੁਹਾਡੀ ਖਾਤਰ ਆਪਣਾ ਹਨੀਮੂਨ, ਆਪਣੀ ਨੌਕਰੀ ਤੇ ਕਰੀਅਰ ਛੱਡ ਸਕਦੀ ਹੈ, ਉਹ ਤੁਹਾਨੂੰ ਆਪਣਾ ਪਿਤਾ ਕਿਉਂ ਨਹੀਂ ਮੰਨ ਸਕਦੀ? ਸਾਡੇ ਵਿਆਹ ਤੋਂ ਪਹਿਲਾਂ ਆਰਜ਼ੂ ਨੂੰ ਚੰਗੀ ਨੌਕਰੀ ਮਿਲੀ ਸੀ। ਜਦੋਂ ਮੈਂ ਇਹ ਸਭ ਕੁਝ ਆਰਜ਼ੂ ਨੂੰ ਦੱਸਿਆ ਉਸਨੇ ਖੁਸ਼ੀ ਨਾਲ ਮੇਰੀ ਗੱਲ ਮੰਨ ਲਈ, ਪਰ ਤੁਹਾਡੇ ਕਰਕੇ ਮੈਂ ਉਸ ਨੂੰ ਨੌਕਰੀ ਕਰਨ ਤੋਂ ਰੋਕ ਦਿੱਤਾ ਕਿਉਂਕਿ ਮੈਂ ਚਾਹੁੰਦਾ ਸੀ ਮੇਰੇ ਪਾਪਾ ਘਰ 'ਚ ਇਕੱਲੇ ਨਾ ਰਹਿਣ। ਜਦੋਂ ਮੈਂ ਆਰਜ਼ੂ ਨੂੰ ਸਮਝਾਇਆ ਤਾਂ ਉਹ ਖੁਸ਼ੀ ਮੰਨ ਗਈ ਅਤੇ ਅੱਜ ਪਿਤਾ ਜੀ ਉਸ ਨੂੰ ਹੀ ਤੁਸੀਂ ਬੁਰਾ ਭਲਾ ਕਹਿ ਰਹੇ ਹੋ। ਮੈਂ ਅਤੇ ਆਰਜ਼ੂ ਨੇ ਮਿਲ ਕੇ ਪਿਤਾ ਨੂੰ ਇਹ ਘਰ ਛੱਡ ਕੇ ਕਿਤੇ ਹੋਰ ਰਹਿਣ ਲਈ ਮਜਬੂਰ ਕਰ ਦਿੱਤਾ। ਜਾਂਦੇ ਸਮੇਂ ਮੇਰੇ ਪਿਤਾ ਨੇ ਮੇਰੇ ਵੱਲ ਹੰਝੂਆਂ ਭਰੀਆਂ ਅੱਖਾਂ ਨਾਲ ਦੇਖ ਕਿਹਾ, ਤੁਸੀਂ ਹਮੇਸ਼ਾ ਖੁਸ਼ ਰਹੋ। ਇਹ ਕਹਿ ਕੇ ਘਰੋਂ ਨਿਕਲ ਗਏ। ਪਿਤਾ ਜੀ ਦੇ ਜਾਣ ਨਾਲ ਮੇਰਾ ਦਿਲ ਟੁੱਟ ਗਿਆ ਕਿਉਂਕਿ ਮੈਂ ਬਹੁਤ ਪਿਆਰ ਕਰਦਾ ਸੀ, ਪਰ ਜੋ ਹੋਇਆ ਉਸ ਕਰਕੇ ਇੱਕ ਛੱਤ ਥੱਲੇ ਰਹਿਣਾ ਹੁਣ ਸੰਭਵ ਨਹੀਂ ਸੀ। ਪਿਤਾ ਜੀ ਦੇ ਚਲੇ ਜਾਣ ਨਾਲ ਹੀ ਇੰਝ ਲੱਗਦਾ ਸੀ ਜਿਵੇਂ ਸਭ ਕੁਝ ਖਤਮ ਹੋ ਗਿਆ ਹੈ। ਮੇਰੀਆਂ ਅੱਖਾਂ 'ਚੋਂ ਹੰਝੂ ਰੁਕ ਨਹੀਂ ਰਹੇ ਸੀ। ਮੈਨੂੰ ਰੋਂਦਾ ਦੇਖ ਆਰਜ਼ੂ ਨੇ ਗਲੇ ਲੱਗ ਕੇ ਕਿਹਾ, ਚਿੰਤਾ ਨਾ ਕਰੋ, ਮੈਂ ਸਾਰੀ ਉਮਰ ਤੇਰੇ ਨਾਲ ਰਹਾਂਗੀ। ਮੈਂ ਤੁਹਾਨੂੰ ਕਦੇ ਇਕੱਲਾ ਮਹਿਸੂਸ ਨਹੀਂ ਹੋਣ ਦੇਵਾਂਗੀ। ਮੈਂ ਆਰਜ਼ੂ ਨੂੰ ਕਿਵੇਂ ਸਮਝਾਉਂਦਾ ਕਿ ਪਾਪਾ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ। ਪਿਤਾ ਜੀ ਚਲੇ ਗਏ, ਪਰ ਜਾਂਦੇ ਜਾਂਦੇ ਮੇਰਾ ਚੈਨ ਲੈ ਕੇ ਚਲੇ ਗਏ। ਕਈ ਵਾਰ ਮੈਂ ਸੋਚਦਾ ਸੀ ਜੇ ਉਹ ਇਹ ਹਰਕਤ ਨਾ ਕਰਦੇ ਤਾਂ ਅੱਜ ਸਾਡੇ ਨਾਲ ਹੁੰਦੇ ਤੇ ਸਭ ਖੁਸ਼ ਹੁੰਦੇ। ਮੈਂ ਚਾਹ ਕੇ ਵੀ ਆਪਣੇ ਪਿਤਾ ਨੂੰ ਭੁੱਲ ਨਹੀਂ ਸਕਦਾ ਸੀ। ਕੁਝ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਕਿ ਆਰਜ਼ੂ ਗਰਭਵਤੀ ਹੈ, ਪਰ ਇਹ ਖਬਰ ਮਿਲਣ ਤੋਂ 2 ਮਹੀਨੇ ਬਾਅਦ ਉਸ ਦਾ ਮਿਸਕੈਰੀਜ ਹੋ ਗਿਆ। ਇਸ ਖਬਰ ਨੇ ਮੈਨੂੰ ਵੀ ਤੋੜ ਕੇ ਰੱਖ ਦਿੱਤਾ। ਮੈਂ ਪਿਤਾ ਬਣਨ ਦੀ ਖੁਸ਼ੀ ਮਹਿਸੂਸ ਕਰਦਾ ਸੀ, ਪਰ ਇਹ ਸੁਪਨਾ ਵੀ ਟੁੱਟ ਗਿਆ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਅਤੇ ਆਰਜ਼ੂ ਵੀ ਬਹੁਤ ਉਦਾਸ ਸੀ, ਪਰ ਅਸੀਂ ਇਸ ਨੂੰ ਕਿਸਮਤ ਵਿੱਚ ਲਿਖਿਆ ਸਮਝ ਕੇ ਭੁੱਲ ਗਏ। ਕੁਝ ਦਿਨਾਂ ਬਾਅਦ ਆਰਜ਼ੂ ਦੁਬਾਰਾ ਗਰਭਵਤੀ ਹੋ ਗਈ, ਪਰ ਫਿਰ 3 ਮਹੀਨਿਆਂ ਬਾਅਦ ਉਸ ਦਾ ਇੱਕ ਵਾਰ ਫਿਰ ਗਰਭਪਾਤ ਹੋ ਗਿਆ। ਇਸ ਵਾਰ ਨਾ ਤਾਂ ਉਹ ਆਪਣੇ ਆਪ ਨੂੰ ਸੰਭਾਲ ਸਕੀ ਅਤੇ ਨਾ ਹੀ ਮੇਰੇ ਕੋਲੋਂ ਇਹ ਦਰਦ ਸਹਿ ਹੋਇਆ। ਮੈਨੂੰ ਆਪਣੇ ਬਾਪੂ ਦੀ ਬਹੁਤ ਯਾਦ ਆ ਰਹੀ ਸੀ। ਮੇਰੇ ਕੋਲ ਉਸ ਦੀ ਕੋਈ ਤਸਵੀਰ ਨਹੀਂ ਸੀ। ਮੈਂ ਉਹਨਾਂ ਨੂੰ ਦੇਖਣਾ ਚਾਹੁੰਦਾ ਸੀ, ਇਸ ਲਈ ਨਾ ਚਾਹੁੰਦੇ ਹੋਏ ਵੀ ਮੈਂ ਲੈਪਟਾਪ ਵਿੱਚ ਉਹ ਰਿਕਾਰਡਿੰਗ ਦੁਬਾਰਾ ਆਨ ਕਰ ਦਿੱਤੀ ਜੋ ਮੈਂ ਉਸ ਦਿਨ ਅਧੂਰੀ ਛੱਡ ਦਿੱਤੀ ਸੀ, ਪਰ ਬਾਕੀ ਦੀ ਵੀਡੀਓ ਨੇ ਮੇਰੇ ਹੋਸ਼ ਉਡਾ ਦਿੱਤੇ ਸਨ। ਮੇਰੇ ਪਿਤਾ ਜੀ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਉਹ ਮੇਰੀ ਪਤਨੀ ਨੂੰ ਹੱਥ ਜੋੜ ਕੇ ਕੁਝ ਕਹਿ ਰਹੀ ਸੀ ਜੋ ਮੈਂ ਸੁਣ ਨਹੀਂ ਸਕਦਾ ਸੀ, ਪਰ ਮੇਰੀ ਪਤਨੀ ਆਰਜ਼ੂ ਨੇ ਮੇਰੇ ਪਿਤਾ ਦੇ ਵਾਲ ਫੜ ਕੇ ਉਸ ਨੂੰ ਖੜਾ ਕੀਤਾ ਅਤੇ ਪਤਾ ਨਹੀਂ ਉਸ ਨੂੰ ਕੀ ਕਿਹਾ। ਮੇਰੇ ਪਿਤਾ ਰੋਂਦਾ ਹੋਇਆ ਕਮਰੇ ਤੋਂ ਚਲਾ ਗਿਆ। ਇਹ ਸਭ ਦੇਖ ਮੈਂ ਹੋਰ ਟੁੱਟ ਗਿਆ ਕਿ ਮੈਂ ਅੱਧਾ ਸੱਚ ਜਾਣ ਕੇ ਪਿਤਾ ਨੂੰ ਬਾਹਰ ਕੱਢ ਦਿੱਤਾ। ਅੱਜ ਪੂਰਾ ਸੱਚ ਦੇਖ ਮੈਨੂੰ ਪਛਤਾਵਾ ਹੋਣ ਲੱਗਾ। ਮੈਂ ਕਿਤੇ ਵੀ ਮੂੰਹ ਦਿਖਾਉਣ ਜੋਗਾ ਨਹੀਂ ਸੀ, ਪਰ ਉਸ ਸਮੇਂ ਉਹਨਾਂ ਵਿਚਕਾਰ ਜੋ ਕੁਝ ਹੋਇਆ ਸੀ ਉਹ ਜਾਂ
ਤਾਂ ਆਰਜ਼ੂ ਦੱਸ ਸਕਦੀ ਸੀ ਜਾਂ ਪਿਤਾ। ਇਹ ਸਭ ਦੇਖ ਕੇ ਮੈਂ ਸਿੱਧਾ ਆਪਣੇ ਕਮਰੇ 'ਚ ਗਿਆ ਜਿੱਥੇ ਉਹ ਬੈੱਡ ਤੇ ਲੇਟ ਕੇ ਹੰਝੂ ਵਹਾ ਰਹੀ ਸੀ। ਮੈਂ ਆਰਜ਼ੂ ਨੂੰ ਕਿਹਾ, ਅੱਜ ਮੈਂ ਸਾਰਾ ਸੱਚ ਜਾਣ ਕੇ ਰਹਾਂਗਾ ਉਸ ਦਿਨ ਕੀ ਹੋਇਆ ਸੀ, ਕਿਉਂਕਿ ਅੱਜ ਜੋ ਕੁਝ ਤੇਰੇ ਨਾਲ ਹੋ ਰਿਹਾ ਹੈ ਉਹ ਤੇਰੇ ਗਲਤ ਕੰਮਾਂ ਦੀ ਸਜ਼ਾ ਹੈ। ਇਹ ਸੁਣ ਕੇ ਆਰਜ਼ੂ ਹੋਰ ਰੋਣ ਲੱਗ ਪਈ। ਉਸਨੇ ਕਿਹਾ, ਮੈਨੂੰ ਵੀ ਲੱਗਦਾ ਹੈ ਕਿ ਮੇਰੇ ਨਾਲ ਜੋ ਵੀ ਹੋ ਰਿਹਾ ਹੈ ਉਹ ਮੇਰੇ ਮਾੜੇ ਕਰਮਾਂ ਕਾਰਨ ਹੈ। ਇਸ ਤੋਂ ਬਾਅਦ ਆਰਜ਼ੂ ਨੇ ਮੈਨੂੰ ਸਭ ਦੱਸ ਦਿੱਤਾ। ਉਸਨੇ ਕਿਹਾ, ਜਦੋਂ ਤੋਂ ਉਹ ਵਿਆਹ ਕਰਵਾ ਕੇ ਇੱਥੇ ਆਈ ਤੁਹਾਡੇ ਪਿਤਾ ਮੈਨੂੰ ਪਸੰਦ ਨਹੀਂ। ਜਦੋਂ ਦੀ ਆਈ ਹਾਂ ਉਹਨਾਂ ਕਰਕੇ ਮੈਨੂੰ ਸਭ ਛੱਡਣਾ ਪਿਆ। ਪਾਪਾ ਨੂੰ ਘਰ ਚੋਂ ਕੱਢਣ ਲਈ ਇਹ ਸਭ ਕਰਨਾ ਪਿਆ। ਜਦੋਂ ਪਿਤਾ ਦੇ ਦੋਸਤ ਆਉਂਦੇ ਸਨ ਤਾਂ ਉਹ ਮੈਨੂੰ ਚਾਹ ਬਣਾਉਣ ਲਈ ਕਹਿੰਦੇ ਤਾਂ ਮੈਂ ਜਾਣਬੁੱਝ ਕੇ ਦੋਸਤਾਂ ਦੇ ਸਾਹਮਣੇ ਚੁੰਨੀ ਤੋਂ ਬਿਨਾਂ ਪਹੁੰਚ ਜਾਂਦੀ ਸੀ ਤੇ ਮੈਂ ਉਹਨਾਂ ਦੇ ਦੋਸਤਾਂ ਸਾਹਮਣੇ ਇਹ ਕਿਹਾ ਕਿ ਮੈਂ ਤੁਹਾਡੇ ਬਾਪ ਦੀ ਨੌਕਰ ਨਹੀਂ ਹਾਂ ਜੋ ਤੁਹਾਡੇ ਹੁਕਮਾਂ ਤੇ ਚਾਹ ਲੈ ਕੇ ਆਵਾਂ। ਪਿਤਾ ਜੀ ਆਪਣੇ ਦੋਸਤਾਂ ਦੇ ਸਾਹਮਣੇ ਇਹ ਬਰਦਾਸ਼ਤ ਨਾ ਕਰ ਸਕੇ ਅਤੇ ਮੇਰਾ ਹੱਥ ਫੜ ਕੇ ਕਮਰੇ ਵਿੱਚ ਲੈ ਗਏ ਅਤੇ ਉਹਨਾਂ ਨੂੰ ਮਜਬੂਰਨ ਦਰਵਾਜ਼ਾ ਬੰਦ ਕਰਨਾ ਪਿਆ ਤਾਂ ਜੋ ਉਹਨਾਂ ਦਾ ਦੋਸਤ ਪਿੱਛੇ ਤੋਂ ਨਾ ਆ ਸਕੇ। ਅਤੇ ਉਸਨੇ ਆਰਜ਼ੂ ਦੇ ਸਾਹਮਣੇ ਹੱਥ ਜੋੜ ਕੇ ਕਿਹਾ ਕਿ ਘੱਟੋ ਘੱਟ ਮੇਰੇ ਦੋਸਤਾਂ ਦੇ ਸਾਹਮਣੇ ਮੇਰੀ ਇੱਜ਼ਤ ਤਾਂ ਕਰ ਲਓ। ਪਰ ਮੈਂ ਆਪਣੀ ਗਲਤੀ ਮੰਨਣ ਦੀ ਬਜਾਏ ਉਹਨਾਂ ਨੂੰ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਂ ਤੁਹਾਡੇ ਸਾਹਮਣੇ ਚੰਗੀ ਬਣ ਕੇ ਰਹਿੰਦੀ ਸੀ ਤੇ ਪਾਪਾ ਤੁਹਾਨੂੰ ਦੁਖੀ ਨਹੀਂ ਦੇਖਣਾ ਚਾਹੁੰਦੇ ਸੀ, ਇਸ ਕਰਕੇ ਉਹਨਾਂ ਮੇਰੀ ਤੁਹਾਨੂੰ ਸ਼ਿਕਾਇਤ ਨਹੀਂ ਕੀਤੀ। ਉਸਨੇ ਪਾਪਾ ਤੁਹਾਡੀ ਉਡੀਕ ਕਰ ਰਹੀ ਸੀ ਦੱਸਣ ਲਈ, ਪਰ ਉਹਨਾਂ ਦੀ ਨਹੀਂ ਸੁਣੀ ਗਈ ਤੇ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ। ਆਰਜ਼ੂ ਰੋ ਕੇ ਮਾਫੀ ਮੰਗ ਰਹੀ ਸੀ। ਮੇਰੇ ਨਾਲ ਜੋ ਵੀ ਹੋ ਰਿਹਾ ਉਹ ਮੇਰੇ ਮਾੜੇ ਕੰਮਾਂ ਕਰਕੇ ਹੈ। ਮੇਰੇ ਪਾਪਾ ਨਾਲ ਗਲਤ ਕੀਤਾ ਹੈ। ਮੈਂ ਨਫ਼ਰਤ ਭਰੀਆਂ ਨਜ਼ਰਾਂ ਨਾਲ ਆਰਜ਼ੂ ਵੱਲ ਦੇਖਿਆ ਅਤੇ ਕਿਹਾ ਕਿ ਮਾਫੀ ਮੇਰੇ ਤੋਂ ਨਹੀਂ ਮੇਰੇ ਪਿਤਾ ਤੋਂ ਮੰਗੋ, ਕਿਉਂਕਿ ਇਸ ਵਿੱਚ ਮੈਂ ਖੁਦ ਵੀ ਦੋਸ਼ੀ ਹਾਂ। ਪਿਤਾ ਜੀ ਦੇ ਸਾਰੇ ਦੋਸਤਾਂ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਪਿਤਾ ਜੀ ਆਪਣੇ ਇੱਕ ਦੋਸਤ ਨਾਲ ਉਸ ਦੇ ਪੁਰਾਣੇ ਘਰ ਵਿੱਚ ਸ਼ਿਫਟ ਹੋ ਗਏ ਹਨ। ਮੈਂ ਆਰਜ਼ੂ ਨੂੰ ਲੈ ਕੇ ਪਿਤਾ ਜੀ ਕੋਲ ਪਹੁੰਚਿਆ ਅਤੇ ਪਿਤਾ ਜੀ ਦੇ ਪੈਰੀਂ ਪੈ ਕੇ ਆਪਣੇ ਗੁਨਾਹਾਂ ਦੀ ਮਾਫੀ ਮੰਗੀ। ਆਖਿਰਕਾਰ ਉਹ ਇੱਕ ਪਿਤਾ ਸਨ ਤੇ ਉਹ ਆਪਣੇ ਬੱਚੇ ਨੂੰ ਰੋਂਦਾ ਦੇਖ ਨਹੀਂ ਸਕਦੇ ਸੀ। ਉਹ ਮੰਨ ਗਏ ਅਤੇ ਅਸੀਂ ਉਹਨਾਂ ਨੂੰ ਘਰ ਲੈ ਆਏ। ਉਹਨਾਂ ਦੇ ਆਉਣ ਨਾਲ ਸਾਡੇ ਘਰ 'ਚ ਰੌਣਕ ਇੱਕ ਵਾਰ ਫਿਰ ਆ ਗਈ। ਕਈ ਵਾਰ ਅਸੀਂ ਰਿਸ਼ਤਿਆਂ ਨੂੰ ਬਹੁਤ ਕੀਮਤੀ ਅਤੇ ਬੇਲੋੜਾ ਸਮਝਦੇ ਹਾਂ, ਪਰ ਅਸਲ ਵਿੱਚ ਇਹ ਰਿਸ਼ਤੇ ਸਾਡੇ ਲਈ ਅਨਮੋਲ ਹੁੰਦੇ ਹਨ, ਜਿਸ ਕਾਰਨ ਸਾਡੀ ਜ਼ਿੰਦਗੀ ਰੋਸ਼ਨ ਹੁੰਦੀ ਹੈ। ਮਾਂ ਅਤੇ ਪਿਤਾ ਦਾ ਰਿਸ਼ਤਾ ਅਜਿਹਾ ਹੀ ਹੁੰਦਾ ਹੈ। ਸੋ ਦੋਸਤੋ, ਇੱਦਾਂ ਦੀਆਂ ਹੋਰ ਵਧੀਆ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ। ਤੁਹਾਡਾ ਬਹੁਤ ਬਹੁਤ ਧੰਨਵਾਦ।